Welcome on our channel Government Jobs Theory. So please subscribe, like and share our channel. So let us start with the new topic from the Constitution of India. First of all, we will discuss about fundamental duties, है ना. Fundamental duties ਕਿਹੜੇ ਆਰਟੀਕਲਸ ਨੇ. ਸਭ ਤੋਂ ਪਹਿਲਾਂ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਵੀ ਫੰਡਾਮੈਂਟਲ ਡਿਊਟੀਜ਼ ਨੇ ਜੋ ਕਿਸ ਆਰਟੀਕਲ ਦੇ ਅੰਦਰ ਆਉਂਦੀਆਂ. तो सब तो पहला आर्टिकल इसका की है आर्टिकल 51A. ठीक है, तो फंडामेंटल ड्यूटीज़ का आर्टिकल की है 51A. तो ये तो हो गया भी आर्टिकल केड़ा है. सैकेंड थिंग ये कि पार्ट केड़ा है, पार्ट किस पार्ट के अंदर आउंदियां ने 4A. पार्ट इज़ 4A. ठीक है, 4A पार्ट. नाउ हुण जो फंडामेंटल ड्यूटीज़ का कंसैप्ट है वो लिया कित्थों गया है, विच इज़ टेकन फ्रॉम रशिया. रशिया तो फंडामेंटल ड्यूटीज़ का जिहड़ा कंसैप्ट है वो लिया गया. ठीक है, ना अगे देखो हुण किहड़ी कमेटी सीगी जिसने जिहड़ा फंडामेंटल ड्यूटीज़ दी फंडामेंटल ड्यूटीज़ नूं इंडियन कॉन्स्टिट्यूशन के अंदर रिकमेंड किया भी इनकलूड होना चाहिए. तो कमेटी का नाम की सीगी सरदार स्वर्ण सिंह कमेटी. ठीक है, स्वर्ण सिंह कमेटी ने फंडामेंटल ड्यूटीज़ ਸੀਗੀਆਂ ਜਿਹੜੀਆਂ ਉਹਨਾਂ ਨੂੰ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਇਨਕਲੂਡ ਕਰਾਇਆ ਸੀ. ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਪਰ ਵੀ ਇਹ ਇਨਕਲੂਡ ਹੋਣੀਆਂ ਚਾਹੀਦੀਆਂ ਨੇ. ਠੀਕ ਹੈ, ਤਾਂ ਇਹਦਾ ਕੀ ਆਰਟੀਕਲ ਕਿਹੜਾ ਹੈ 51A ਐਂਡ ਪਾਰਟ ਕਿਹੜਾ ਇਹਦਾ 4A. ਕਿੱਥੋਂ ਲਿਆ ਗਿਆ ਇਹਦਾ ਕੰਸੈਪਟ, ਲਿਆ ਕਿੱਥੋਂ ਗਿਆ ਆਪਣੇ ਤੋਂ, ਫੰਡਾਮੈਂਟਲ ਡਿਊਟੀਜ਼ ਦਾ ਕੰਸੈਪਟ ਲਿਆ ਕਿੱਥੋਂ ਗਿਆ ਰਸ਼ੀਆ ਤੋਂ. ਐਂਡ ਫੰਡਾਮੈਂਟਲ ਡਿਊਟੀਜ਼ ਦੀ ਕਮੇਟੀ ਕਿਹੜੀ ਸੀਗੀ ਸਵਰਨ ਸਿੰਘ ਕਮੇਟੀ, ਜਿਸ ਦੇ ਰਿਕਮੈਂਡੇਸ਼ਨ ਦੇ ਉੱਪਰ ਇਸ ਨੂੰ ਲਿਆ ਗਿਆ. ਠੀਕ ਹੈ, ਹੁਣ ਤੁਸੀਂ ਦੇਖੋ ਅੱਗੇ ਹੁਣ ओरिजिनली कॉन्स्टिट्यूशन डिड नॉट कंटेन फंडामेंटल ड्यूटीज. सब तो पहला ये क्वेश्चन आ सकता है भी फंडामेंटल ड्यूटीज़ ने जड़ियाँ. ठीक है, भी वो कॉन्स्टिट्यूशन के ओरिजिनली हैगियां सी जो बनया सी या नहीं हैगियां. ठीक है, इट मीनस की है कि ओरिजिनली कॉन्स्टिट्यूशन के कोई भी फंडामेंटल ड्यूटीज़ नहीं प्रेजेंट सीगियां. ठीक है, बट इन 1976 फंडामेंटल ड्यूटीज़ ऑफ सिटीजन्स वर एड by 42 Amendment Act 1976 on the recommendation of स्वर्ण सिंह कमेटी. ठीक है, बट पहला तो क्योंकि 1949 ਦੇ ਵਿੱਚ ਆਪਣਾ ਕੌਨਸਟੀਟਿਊਸ਼ਨ ਹੈ ਨਾ, ਇਹ ਕੌਨਸਟੀਟਿਊਸ਼ਨ ਬਣ ਕੇ ਪੂਰਾ ਰੈਡੀ ਹੋ ਗਿਆ ਸੀਗਾ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਸੀਗਾ. ਪਰ ਜੋ ਉਦੋਂ ਤਾਂ ਇਹ ਫੰਡਾਮੈਂਟਲ ਡਿਊਟੀਜ਼ ਐਡ ਨਹੀਂ ਸੀ ਕੀਤੀਆਂ ਗਈਆਂ. ਪਰ ਉਸ ਤੋਂ ਬਾਅਦ ਕੀ 1976 ਦੇ ਵਿੱਚ ਕੀ ਹੋਇਆ 42nd ਅਮੈਂਡਮੈਂਟ ਹੋਈ ਕੌਨਸਟੀਟਿਊਸ਼ਨ ਦੇ ਵਿੱਚ 1976 ਨੂੰ. 42ਵੀਂ ਅਮੈਂਡਮੈਂਟ 1976 ਨੂੰ ਜਿਹੜੀ ਇੱਕ ਸਵਰਨ ਸਿੰਘ ਕਮੇਟੀ ਸੀ ਉਸ ਦੀ ਰეკਮੈਂਡੇਸ਼ਨ ਦੇ ਉੱਪਰ ਫੰਡਾਮੈਂਟਲ ਡਿਊਟੀਜ਼ ਸਿਟੀਜ਼ਨ ਦੀਆਂ ਐਡ ਕੀਤੀਆਂ ਗਈਆਂ. ਠੀਕ ਹੈ, ਦਿਸ ਇਜ਼ ਸਿਟੀਜ਼ਨਸ ਨਾਟ ਸਿਟੀਜ਼ਨਸ. ਓਕੇ, ਨਾ ਹੁਣ ਅੱਗੇ ਦੇਖੋ ਵੀ ਓਰੀਜਨਲੀ 10 ਫੰਡਾਮੈਂਟਲ ਡਿਊਟੀਜ਼ ਵਰ ਐਡਡ ਇਨ 2002. ਹੁਣ ਪਤਾ ਹੈ ਵੀ ਚਲੋ ਪਹਿਲਾਂ 1976 ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਐਡ ਕੀਤੀਆਂ ਗਈਆਂ ਸੀਗੀਆਂ 10. ਠੀਕ ਹੈ, ਬਟ ਆਫਟਰ ਡੈਟ ਕਿੰਨੀਆਂ ਹੋ ਗਈਆਂ 2002 ਦੇ ਵਿੱਚ ਕਿੰਨੀਆਂ ਐਡ ਕੀਤੀਆਂ ਗਈਆਂ ਹੋਰ ਇਨ 2002 ਵਨ ਮੋਰ ਡਿਊਟੀ ਵਾਜ਼ ਐਡਿਡ. ਹੁਣ ਕੀ ਹੈ ਕਿ ਓਰੀਜਨਲੀ ਤਾਂ ਕਿੰਨੀਆਂ ਐਡ ਕੀਤੀਆਂ ਗਈਆਂ ਸੀ 10 ਸੀਗੀਆਂ. ਠੀਕ ਹੈ, ਪਰ ਇੱਕ ਹੋਰ ਇਨ 2002 ਵਨ ਮੋਰ ਡਿਊਟੀ ਵਾਜ਼ ਐਡਿਡ. ਠੀਕ ਹੈ, ਨਾਓ ਦਸ ਟੂਡੇ देयर वॉज 11 फंडामेंटल ड्यूटीज़. ਹੁਣ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਨੇ 11 ਇਨ ਟੋਟਲ. 10 ਕਦੋਂ ਐਡ ਕੀਤੀਆਂ ਗਈਆਂ ਸੀ 1976 'ਚ. ਠੀਕ ਹੈ, 1976 ਦੇ ਵਿੱਚ ਇੱਕ ਐਡ ਕਦੋਂ ਕੀਤੀ ਗਈ ਸੀ 2002 'ਚ. ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਵੀ ਕਿਹੜੀ ਕਿਹੜੀ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਇੰਡੀਅਨ ਸਿਟੀਜ਼ਨਸ ਦੀਆਂ ਹੈਗੀਆਂ. ਐਕਚੁਅਲੀ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਉਹ ਕਿਹਦੀਆਂ ਹੁੰਦੀਆਂ ਸਿਟੀਜ਼ਨਸ ਦੀਆਂ ਹੁੰਦੀਆਂ ਨੇ. ਠੀਕ ਹੈ, ਮੀਨਸ ਆਪਾਂ ਸਿਟੀਜ਼ਨਸ ਕੌਣ ਆ ਆਪਾਂ. ਠੀਕ ਹੈ, ਆਪਣੇ ਕੀ ਇਹ ਆਪਾਂ ਨੂੰ ਦੱਸ ਦਈਏ ਵੀ ਇਟ ਸ਼ੈਲ ਬੀ ਦ ਡਿਊਟੀ ਆਫ ਐਵਰੀ ਸਿਟੀਜ਼ਨ ਆਫ ਇੰਡੀਆ. ਮੀਨਸ ਕੀ ਹੈ ਕਿ ਇੱਕ ਸਿਟੀਜ਼ਨ ਦੀ ਇੰਡੀਆ ਦੇ ਹਰ ਇੱਕ ਸਿਟੀਜ਼ਨ ਦੀ ਕੀ ਹੈ ਇੱਕ ਡਿਊਟੀ ਬਣ ਜਾਂਦੀ ਹੈ. ਠੀਕ ਹੈ, ਇਹਨਾਂ ਨੂੰ ਫੋਲੋ ਕਰਨਾ. ਹੁਣ ਫਸਟ ਡਿਊਟੀ ਕੀ ਹੈ ਟੂ ਅਬਾਈਡ ਬਾਈ ਦ ਕੌਨਸਟੀਟਿਊਸ਼ਨ ਐਂਡ ਰਿਸਪੈਕਟਸ ਇਟ ਆਈਡੀਅਲ ਐਂਡ ਇੰਸਟੀਟਿਊਸ਼ਨਸ ਦਾ ਨੈਸ਼ਨਲ ਫਲੈਗ ਦਾ ਨੈਸ਼ਨਲ ਐਂਥਮ. ਹੁਣ ਸਭ ਤੋਂ ਪਹਿਲਾਂ ਕੀ ਹੈ ਫਸਟ ਡਿਊਟੀ ਕੀ ਹੈ ਕਿ ਆਪਾਂ ਜਿਹੜਾ ਨੈਸ਼ਨਲ ਐਂਥਮ ਹੈ ਆਪਣਾ ਹੈ ਨਾ ਜਨ ਗਣ ਮਨ ਹੈ ਜਾਂ ਨੈਸ਼ਨਲ ਫਲੈਗ ਹੈ ਆਪਣਾ. ਠੀਕ ਹੈ, ਤਿਰੰਗਾ ਤਾਂ ਜਾਂ ਕੋਈ ਵੀ ਇੰਸਟੀਟਿਊਸ਼ਨ ਹੈ ਫੋਰ ਐਗਜ਼ਾਮਪਲ ਕੋਈ ਵੀ ਲਾਲ ਕਿਲ੍ਹਾ ਹੈ ਨਾ ਜਾਂ ਕੋਈ ਵੀ ਰਾਸ਼ਟਰਪਤੀ ਭਵਨ ਹੈ ਸੰਸਦ ਹੈ ਨਾ, ਤਾਂ ਉਸ ਨੂੰ ਸਭ ਕੀ ਹੈ ਆਪਾਂ ਉਹਨੂੰ ਰਿਸਪੈਕਟ ਦੇਣੀ ਹੈ. ਕੋਈ ਵੀ ਇੰਸਟੀਟਿਊਸ਼ਨ ਬਾਡੀ ਹੈ ਭਾਵੇਂ ਉਹ ਨੈਸ਼ਨਲ ਫਲੈਗ ਹੈ ਨੈਸ਼ਨਲ ਐਂਥਮ ਹੈ. ਠੀਕ ਹੈ, ਕੋਈ ਵੀ ਜੋ ਕੌਨਸਟੀਟਿਊਸ਼ਨ ਦੇ ਵਿੱਚ ਇਸਦਾ ਨਾਮ ਦਰਜ ਹੈ ਆਪਣੇ ਲਈ. ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਰਨਾ ਸਾਂਭ ਸੰਭਾਲ ਉਹਨੂੰ ਰਿਸਪੈਕਟ ਵੀ ਦੇਣੀ ਹੈ ਅਤੇ ਉਹਦੀ ਕੇਅਰ ਵੀ ਕਰਨੀ ਹੈ. ਨੈਕਸਟ ਸੈਕਿੰਡ ਵਨ ਕੀ ਹੈ ਟੂ ਚੈਰਿਸ਼
ਐਂਡ ਫੋਲੋ ਦ ਨੋਬਲ ਆਈਡੀਅਲਸ ਦੈਟ ਇੰਸਪਾਇਰ ਦ ਨੈਸ਼ਨਲ ਸਟਰਗਲ ਫॉर ਫਰੀडम। ਹੁਣ ਦੇਖੋ, ਹੁਣ ਕਹਿੰਦੇ ਵੀ ਆਪਾਂ ਨੇ ਕੀ ਕਰਨਾ ਹੈ ਵੀ ਜਿਹੜੇ ਆਜ਼ਾਦੀ ਦੇ ਲਈ ਹੈ ਨਾ, ਹੁਣ ਤੁਸੀਂ ਦੇਖੋ ਵੀ ਸੁਤੰਤਰਤਾ ਦੇ ਲਈ ਕਿੰਨੇ ਰਾਸ਼ਟਰ ਜਿਹੜੇ ਆਪਣੇ ਫਰੀडम फाइटर ਹੋਏ ਆ, ਜਿਵੇਂ ਭਗਤ ਸਿੰਘ ਹੋ ਗਿਆ, ਲਾਲ ਬਹਾਦਰ ਸ਼ਾਸਤਰੀ ਹੋ ਗਿਆ, ਠੀਕ ਹੈ, ਆਪਣਾ ਕੀ ਕਹਿੰਦੇ ਹੁੰਦੇ ਆ ਮਹਾਤਮਾ ਗਾਂਧੀ ਹੋ ਗਿਆ। ਤਾਂ ਇਹਨਾਂ ਹੁਣ ਫੋਰ ਐਗਜ਼ਾਮਪਲ ਇੰਨੇ ਸਾਰੇ ਨੇ, ਤਾਂ ਇਹਨਾਂ ਸਾਰਿਆਂ ਨੂੰ ਆਈਡਲਸ ਮੰਨ ਕੇ ਚੱਲਣਾ, ਠੀਕ ਹੈ, ਆਪਣੇ ਨੋਬਲ ਆਈਡੀਅਲਸ ਨੇ ਵੀ ਇਹਨਾਂ ਨੂੰ ਚੈਰਿਸ਼ ਵੀ ਕਰਨਾ ਐਂਡ ਫੋਲੋ ਦੈਮ, ਠੀਕ ਹੈ, ਉਹਨਾਂ ਨੂੰ ਫੋਲੋ ਵੀ ਕਰਨਾ ਹੈ ਤਾਂ ਜੋ ਆਪਾਂ ਕੀ ਕਰ ਸਕੀਏ ਆਪਣੀ ਲਾਈਫ ਦੇ ਵਿੱਚ ਅੱਗੇ ਵੱਧ ਸਕੀਏ, ਠੀਕ ਹੈ, ਆਪਾਂ ਆਪਣੇ ਨੇਸ਼ਨ ਲਈ ਕੁਛ ਕਰ ਸਕੀਏ। ਨੈਕਸਟ ਦੇਖੋ, ਨੈਕਸਟ ਕੀ ਹੈ, to uphold and protect the sovereignty, unity and integrity of India, this is unity, ठीक है। ਹੁਣ ਕੀ ਹੈ, ਆਪਾਂ ਪ੍ਰੋਟੈਕਟ ਵੀ ਕਰਨੀ ਹੈ ਐਂਡ ਯੂਨਿਟੀ ਬਣਾਈ ਰੱਖਣੀ ਹੈ। ਸਭ ਤੋਂ ਵੱਡੀ ਗੱਲ ਵੀ ਟੂ ਅਪਹੋਲਡ ਐਂਡ ਪ੍ਰੋਟੈਕਟ ਦਾ ਸੋਵਰਨਿਟੀ, ਯੂਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ। ਹੁਣ ਆਪਾਂ ਨੇ ਕੀ ਕਰਨਾ ਹੈ ਵੀ ਭਾਰਤ ਦੀ ਪ੍ਰਭੂਸੁਤਾ, ਏਕਤਾ, ਅਖੰਡਤਾ ਦਾ ਸਮਰਥਨ ਕਰਨਾ, ਠੀਕ ਹੈ, ਤੇ ਉਹਦੀ ਰੱਖਿਆ ਵੀ ਕਰਨੀ ਆਪਾਂ ਵੀ। ਸੋਵਰਨਿਟੀ ਮਤਲਬ ਕੀ ਹੁੰਦਾ ਹੈ, ਪ੍ਰਭੂਸੁਤਾ, ਹੈ ਨਾ, ਮੀਨਸ ਯੂਨਿਟੀ ਮਤਲਬ ਕੀ ਹੁੰਦਾ, ਏਕਤਾ, ਇੰਟੈਗ੍ਰਿਟੀ ਮਤਲਬ ਕੀ ਹੁੰਦਾ, ਅਖੰਡਤਾ, ਹੈ ਨਾ, ਵੀ ਕਿਸੇ ਨੂੰ ਐਵੇਂ ਨਹੀਂ ਇੰਟੈਗਰੇਟ ਨਹੀਂ ਕਰਨ ਦੇਣਾ। ਇੰਡੀਆ ਦੇ ਵਿੱਚ ਵੀ ਅਲੱਗ ਜਾਤ ਦੇ ਨਾਮ ਦੇ ਉੱਤੇ, ਹੈ ਨਾ, ਵੀ ਲੋਕ ਅੱਜ ਕੀ ਕੁਛ ਕਰੀ ਜਾਂਦੇ ਆ, ਵੀ ਉਸ ਤਰੀਕੇ ਨਾਲ ਆਪਾਂ ਕੀ ਕਰਨਾ ਪ੍ਰੋਪਰਲੀ, ਆਪਾਂ ਉਸ ਚੀਜ਼ ਨੂੰ ਉਸ ਚੀਜ਼ ਤੋਂ ਸੇਫ ਹੋ ਕੇ ਰਹਿਣਾ, ਠੀਕ ਹੈ। ਨੈਕਸਟ ਕੀ ਹੈ ਦੇਖੋ, to promote harmony and the spirit of common brotherhood amongst all of the people of India, translating religious, linguistic and regional or sectional diversities, and to renounce practices derogatory to the dignity of women। ਹੁਣ ਇਹਦੇ 'ਚ ਕੀ ਹੈ ਕਿ ਯਾਰ ਦੇਖੋ ਵੀ ਭਾਵੇਂ ਕੋਈ ਵੀ ਕਿਸੇ ਵੀ ਰਿਲੀਜੀਅਸ ਦਾ ਬੰਦਾ ਹੈ, ਕੋਈ ਵੀ ਲਿੰਗ ਹੈ, ਮਤਲਬ ਮੀਨ ਟੂ ਸੇ ਵੀ ਕੋਈ ਵੀ ਜੈਂਟਸ ਹੈ, ਔਰਤ ਹੈ, ਬੱਚਾ ਹੈ, ਬੁੱਢਾ, ਕੋਈ ਵੀ ਹੈ, ਕਿਸੇ ਵੀ ਰਿਲੀਜਨ ਦਾ ਹੈ, ਕਿਸੇ ਵੀ ਸੈਕਸ਼ਨ ਦਾ ਹੈ, ਕਿਸੇ ਵੀ ਕੋਈ ਵੀ ਡਾਇਵਰਸਿਟੀ ਹੈ ਉਹਦੀ, ਠੀਕ ਹੈ। ਆਪਾਂ ਉਹਨੂੰ ਕੀ ਕਰਨਾ ਹੈ, ਉਹਦੇ ਨਾਲ ਪ੍ਰੋਪਰ ਬ੍ਰਦਰਹੁੱਡ ਦੇ ਵਿੱਚ ਰਹਿਣਾ, ਮੀਨਸ ਉਹਦੇ 'ਚ ਇੱਕ ਸਾਂਝੀ ਵਾਰਤਾ ਵਾਲਾ ਹਿਸਾਬ ਰੱਖ ਕੇ, ਠੀਕ ਹੈ, ਮੀਨਸ ਉਹਨੂੰ ਭਾਈ ਮੰਨਣਾ, ਭਾਈ ਭੈਣ ਹੀ ਆਪਦੇ ਮੰਨ ਕੇ ਉਹਨਾਂ ਨੂੰ ਆਪਾਂ ਅੱਗੇ ਚੱਲਣਾ, ਠੀਕ ਹੈ। ਹੁਣ ਅੱਗੇ ਕੀ ਆਪਾਂ ਐਂਡ ਟੂ ਰਿਨਾਉਂਸ ਪ੍ਰੈਕਟਿਸਿਸ ਡੈਰੋਗੇਟਰੀ ਟੂ ਦ ਡਿਗਨਿਟੀ ਆਫ ਵੂਮੈਨ। ਹੁਣ ਆਪਾਂ ਨੇ ਕੀ ਹੈ ਵੀ ਜਿਹੜੇ ਦੇਸ਼ ਦੀ ਔਰਤਾਂ ਦੇ ਸਨਮਾਨ ਨੂੰ, ਹੈ ਨਾ, ਵੀ ਮੁੱਖ ਰੱਖਣਾ, ਔਰਤਾਂ ਨੂੰ ਸਨਮਾਨ ਨੂੰ ਵਧਾਵਾ ਦੇਣਾ, ਠੀਕ ਹੈ। ਹੁਣ ਦੇਖੋ ਵੀ ਤੁਸੀਂ ਔਰਤਾਂ ਨਾਲ ਕੀ ਕੁਛ ਹੋ ਰਿਹਾ, ਠੀਕ ਹੈ, ਤਾਂ ਉਸ ਨੂੰ ਆਪਾਂ ਹੁਣ ਆਪਾਂ ਨੂੰ ਚਾਹੀਦਾ ਵੀ ਆਪਾਂ ਉਸ ਉੱਤੇ ਕੰਮ ਕਰੀਏ, ਹੈ ਨਾ। ਆਪਣੀ ਕੌਨਸਟੀਟਿਊਸ਼ਨ ਦੇ ਵਿੱਚ ਵੀ ਆਪਾਂ ਨੂੰ ਡਿਊਟੀ ਦਿੱਤੀ ਗਈ ਹੈ ਵੀ ਜਿੱਥੇ ਵੀ ਕਿਸੇ ਔਰਤ ਨਾਲ, ਹੈ ਨਾ, ਜਾਂ ਕਹਿ ਲਓ ਵੀ ਭੇਦਭਾਵ ਹੋ ਰਿਹਾ ਜਾਂ ਕਿਸੇ ਵੀ ਔਰਤ ਨਾਲ ਗਲਤ ਹੋ ਰਿਹਾ, ਹੈ ਨਾ, ਤਾਂ ਆਪਾਂ ਉਸ ਨੂੰ ਕੀ ਕਰੀਏ, ਅੱਗੇ ਆਪਾਂ ਉਹਨੂੰ ਸੇਵ ਕਰ ਸਕੀਏ ਨਾ, ਬਚਾ ਸਕੀਏ ਕਿਸੇ ਤਾਂ ਪ੍ਰੋਪਰਲੀ ਆਪਾਂ ਆਪਣੀ ਇਸ ਡਿਊਟੀ ਨੂੰ ਯੂਜ਼ ਕਰ ਸਕੀਏ। ਨੈਕਸਟ ਕੀ ਹੈ, ਟੂ ਡਿਫੈਂਡ ਦਾ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸ ਵੈਨ ਕਾਲਡ ਅਪਨ ਟੂ ਡੂ ਸੋ। ਹੁਣ ਕੀ ਹੈ ਵੀ ਆਪਣੀ ਕੰਟਰੀ ਦੇ ਲਈ, ਦੇਸ਼ ਦੀ ਰੱਖਿਆ ਦੇ ਲਈ, ਠੀਕ ਹੈ, ਲੋੜ ਸਮੇਂ ਰਾਸ਼ਟਰੀ ਸੇਵਾ ਆਪਾਂ ਨੂੰ ਕਰਨੀ ਚਾਹੀਦੀ ਹੈ, ਠੀਕ ਹੈ। ਮਤਲਬ ਆਪਾਂ ਨੂੰ ਕਹਿਤਾ ਵੀ ਹੁਣ ਆਪਾਂ ਨੂੰ ਫੋਰ ਐਗਜ਼ਾਮਪਲ ਐਟ ਟਾਈਮ 'ਤੇ ਕਹਿ ਦੇਣ ਵੀ ਜੀ ਯੁੱਧ ਲੱਗਣ ਵਾਲਾ, ਤੁਸੀਂ ਆ ਜਾਓ ਸਾਰੇ, ਠੀਕ ਹੈ, ਤਾਂ ਆਪਾਂ ਨੂੰ ਕੀ ਹੈ, ਆਪਾਂ 1 ਮਿੰਟ ਦੇ ਵਿੱਚ ਤਿਆਰ ਹੋ ਜਾਣਾ। ਇਹ ਆਪਣੀ ਇਹ ਨੈਸ਼ਨਲ ਡਿਊਟੀ ਹੈ, ਆਪਣੀ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਆਪਾਂ ਨੂੰ ਕੀਤਾ ਗਿਆ ਵੀ ਆਪਾਂ ਨੂੰ ਫੰਡਾਮੈਂਟਲ ਡਿਊਟੀ ਇਹ ਆਪਾਂ ਵੀ ਆਪਾਂ ਜਾਣਾ ਨਾਲ ਦੇ ਨਾਲ, ਠੀਕ ਹੈ। ਹੁਣ ਦੇਖੋ, ਟੂ ਵੈਲਿਊ ਐਂਡ ਪ੍ਰੀਜ਼ਰਵ ਦਾ ਰਾਈਟ ਹੈਰੀਟੇਜ ਆਫ ਕੰਟਰੀਜ਼ ਕੰਪੋਜ਼ਿਟ ਕਲਚਰ। ਹੁਣ ਕੀ ਹੈ ਵੀ ਆਪਾਂ ਕੋਈ ਵੀ ਆਪਣਾ ਜਿਹੜਾ ਆਪਣਾ ਕਲਚਰ ਹੈ, ਠੀਕ ਹੈ, ਫੋਰ ਐਗਜ਼ਾਮਪਲ ਆਪਣਾ ਕੋਈ ਵੀ ਆਪਣਾ ਕਲਚਰ ਹੈ ਇੰਡੀਅਨ ਕੌਨਸਟੀਟਿਊਸ਼ਨ ਦਾ, ਠੀਕ ਹੈ, ਅਤੇ ਆਪਾਂ ਉਸ ਨੂੰ ਕੀ ਕਰਨਾ, ਸੰਯੁਕਤ ਸੱਭਿਅਤਾ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਅਤੇ ਇਸ ਨੂੰ ਕਾਇਮ ਰੱਖਣਾ, ਠੀਕ ਹੈ। ਵੀ ਆਪਾਂ ਉਹਦੇ ਕਲਚਰ ਦਾ ਆਪਣੇ ਨੂੰ ਐਵੇਂ ਨਹੀਂ ਵੀ ਹੁਣ ਆਪਾਂ ਵੈਸਟਰਨ ਕਲਚਰ ਕਿ ਨਹੀਂ ਚੱਲੇ, ਹੈ ਨਾ, ਵੀ ਛੋਟੇ ਛੋਟੇ ਕੱਪੜੇ ਪਾਉਣ ਲੱਗੇ ਤਾਂ ਆਪਣਾ ਵੈਸਟਰਨ ਕਲਚਰ ਆ ਗਿਆ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਵੀ ਆਪਣਾ ਜੋ ਕਲਚਰ ਚੱਲਦਾ ਆ ਰਿਹਾ, ਹੈ ਨਾ, ਵੀ ਵਧੀਆ ਪਹਿਰਾਵਾ, ਵਧੀਆ ਖਾਣ ਪਾਣ, ਠੀਕ ਹੈ, ਤਾਂ ਉਸ ਤਰੀਕੇ ਨਾਲ ਆਪਣਾ ਹੈਰੀਟੇਜ ਨੂੰ ਸਾਂਭ ਕੇ ਰੱਖਣਾ ਐਂਡ ਕੰਪੋਸਾਈਟ ਕਲਚਰ, ਠੀਕ, ਐਂਡ ਕੰਟਰੀਜ਼ ਕਲਚਰ ਨੂੰ ਕੀ ਕਰਨਾ, ਪ੍ਰੀਜ਼ਰਵ ਕਰਕੇ ਰੱਖਣਾ, ਬਚਾ ਕੇ ਰੱਖਣਾ। ਨੈਕਸਟ ਕੀ ਹੈ, ਟੂ ਪ੍ਰੋਟੈਕਟ ਐਂਡ ਇੰਪਰੂਵ ਦ ਨੈਚੁਰਲ ਇਨਵਾਇਰਨਮੈਂਟ ਇੰਕਲੂਡਿੰਗ ਫੋਰੈਸਟਸ, ਲੇਕਸ, ਰਿਵਰਸ ਐਂਡ ਵਾਈਲਡ ਲਾਈਫ ਐਂਡ ਟੂ ਹੈਵ ਕੰਪੈਸ਼ਨ ਫॉर ਲਿਵਿੰਗ ਕ੍ਰੀਏਚਰਸ। ਹੁਣ ਕੀ ਹੈ ਵੀ ਜਿਹੜੇ ਵੀ ਆਪਣੇ ਆਹ ਨੇ ਫੋਰੈਸਟ ਵਗੈਰਾ ਨੇ, ਠੀਕ ਹੈ, ਫੋਰੈਸਟ, ਲੇਕਸ, ਰਿਵਰਸ, ਵਾਈਲਡ ਲਾਈਫ, ਠੀਕ ਹੈ, ਜਿਹੜੇ ਲਿਵਿੰਗ ਕ੍ਰੀਏਚਰਸ ਨੇ, ਇਹਨਾਂ ਨੂੰ ਮਤਲਬ ਕਿ ਤੁਸੀਂ ਪ੍ਰੋਪਰ ਬਚਾ ਕੇ ਰੱਖਣਾ, ਹੈ ਨਾ। ਜੇ ਫੋਰੈਸਟ ਹੋਣਗੇ ਤੁਸੀਂ ਦੇਖੋ ਵੀ ਆਪਣਾ ਇਨਵਾਇਰਨਮੈਂਟ ਕਿੰਨਾ ਸਾਫ਼ ਸੁਥਰਾ ਹੋਊਗਾ ਨਾ। ਲੇਕਸ ਕਿੰਨੇ ਜਿਹੜੇ ਜਲ ਜੀਵ ਨੇ ਉਹਨਾਂ ਦਾ ਰਹਿਣ ਦਾ ਹੋਇਆ, ਹੈ ਨਾ। ਰਿਵਰਸ ਹੋ ਗਏ, ਰਿਵਰਸ ਨਹੀਂ ਹੋਣਗੇ ਤਾਂ ਆਪਾਂ ਨੂੰ ਪਾਣੀ ਕਿੱਥੋਂ ਮਿਲੂਗਾ। ਤਾਂ ਵਾਈਲਡ ਲਾਈਫ ਹੋ ਗਈ, ਵਾਈਲਡ ਲਾਈਫ ਹੁਣ ਜਿੰਨਾ ਹਰ ਇੱਕ ਫੂਡ ਵੈਬ ਚੱਲਦੀ ਹੈ ਨਾ ਉਸ ਦੇ ਨਾਲ, ਤਾਂ ਆਪਾਂ ਨੂੰ ਪ੍ਰੋਪਰ ਕੀ ਕਰਨਾ, ਪ੍ਰੋਟੈਕਟ ਕਰਕੇ ਰੱਖਣਾ ਅਤੇ ਆਪਾਂ ਨੂੰ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਇਹਨਾਂ 'ਚ, ਅਤੇ ਇੰਪਰੂਵਮੈਂਟ ਕਰਦੇ ਰਹਿਣਾ ਚਾਹੀਦਾ, ਠੀਕ ਹੈ। ਅੱਗੇ ਦੇਖੋ, ਟੂ ਡਿਵੈਲਪ ਸਾਇੰਟੀਫਿਕ ਟੈਂਪਰ, ਹਿਊਮਨਿਜ਼ਮ ਐਂਡ ਸਪਿਰਿਟ ਆਫ ਇਨਕੁਆਇਰੀ ਐਂਡ ਰਿਫੋਰਮ। ਹੁਣ ਕੀ ਹੈ, ਜਿਹੜੀ ਜਨਤਕ ਸੰਪਤੀ ਦੀ ਰੱਖਿਆ ਵੀ ਕਰਨੀ ਹੈ, ਸਾਇੰਟੀਫਿਕ ਟੈਂਪਰ ਵਿਗਿਆਨ ਸੁਭਾਅ, ਠੀਕ ਹੈ, ਵਿਗਿਆਨਿਕ ਸੁਭਾਅ ਹੋ ਗਿਆ, ਠੀਕ ਹੈ, ਅਤੇ ਮਾਨਵਵਾਦ 'ਤੇ ਜਾਂਚ ਕਰਨ ਅਤੇ ਸੁਧਾਰ ਕਰਨ ਦੀ ਭਾਵਨਾ ਵਿਕਸਿਤ ਕਰਨਾ, ਹੈ ਨਾ। ਮੀਨਸ ਕੀ ਹੈ, ਹੁਣ ਆਪਾਂ ਕਿਸੇ ਹਿਊਮੈਨਿਜ਼ਮ ਵੀ ਪ੍ਰੋਪਰ ਆਪਾਂ ਕਿਸੇ ਦੀ ਹੈਲਪ ਕਰ ਸਕੀਏ, ਕਿ ਆਪਾਂ ਨੂੰ
ਵਿਗਿਆਨਿਕ ਸੁਭਾਅ ਵੀ ਰੱਖਣਾ ਚਾਹੀਦਾ ਹੈ ਨਾ, ਵੀ ਕੀ ਕੁਛ ਹੋ ਰਿਹਾ ਆਪਾਂ ਨੂੰ ਵਿਗਿਆਨਿਕ ਤੌਰ 'ਤੇ ਹੈ ਨਾ, ਵੀ ਸਾਇੰਸ ਦੇ ਵਿੱਚ ਵੀ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ, ਮਾਨਵਵਾਦ 'ਤੇ ਜਾਂਚ, ਇਹ ਸਭ ਕੁਛ ਆਪਾਂ ਨੂੰ ਪਤਾ ਹੋਣਾ ਚਾਹੀਦਾ। ਨੈਕਸਟ ਕੀ ਟੂ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਟੂ ਓਬਜ਼ਰਵ ਵਾਇਲੈਂਸ। ਹੁਣ ਕੀ ਆਪਾਂ ਨੂੰ ਵੀ ਜਿਹੜੀ ਵੀ ਜਨਤਕ ਸੰਪਤੀ ਹੈ ਉਹਦੀ ਰੱਖਿਆ ਕਰਨੀ ਹੈ, ਅਤੇ ਜਿਹੜੀ ਹਿੰਸਾਵਾਦੀ ਹੈ ਹਿੰਸਾਵਾਦ ਦਾ ਤਿਆਗ ਕਰਨਾ, ਠੀਕ ਹੈ, ਵਾਇਲੈਂਸ ਦਾ ਤਿਆਗ ਕਰਨਾ। ਜਿਵੇਂ ਮਹਾਤਮਾ ਗਾਂਧੀ ਨੇ ਕਿਹਾ ਸੀ ਅਹਿੰਸਾ ਛੋੜੋ ਅਹਿੰਸਾ ਕੋ ਅਪਣਾਓ, ਹੈ ਨਾ, ਐਵੇਂ। ਤਾਂ ਟੂ ਸਟਰਾਈਵ ਟੁਵਰਡ ਐਕਸੀਲੈਂਸ ਇਨ ਆਲ ਸਫੀਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ ਸੋ ਦੈਟ ਦ ਨੇਸ਼ਨ ਕੌਨਸਟੈਂਟਲੀ ਰਾਈਜ਼ ਟੂ ਹਾਈ। ਮਤਲਬ ਕਿ ਆਪਾਂ ਨੂੰ ਇਹੋ ਜਿਹੇ ਕੰਮਾਂ ਦੇ ਵਿੱਚ ਨਾ ਆਪਣੇ ਕਹਿ ਲਓ ਵੀ ਆਪਣੇ ਰਾਸ਼ਟਰ ਦੇ ਇਹੋ ਜਿਹੇ ਕੀ ਕਹਿੰਦੇ ਨੇ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਆਪਾਂ ਨੂੰ ਉਸਦੇ ਵਿੱਚ ਇਹੋ ਜਿਹੀ ਅਚੀਵਮੈਂਟਸ ਪ੍ਰਾਪਤ ਕਰਨੇ ਚਾਹੀਦੇ ਤਾਂ ਕਿ ਆਪਣਾ ਜਿਹੜਾ ਨੇਸ਼ਨ ਹੈ ਉਹ ਕੀ ਕਰੇ, ਆਪਦੇ ਡਿਵੈਲਪਮੈਂਟ ਵੱਲ ਡਿਵੈਲਪ ਹੋਵੇ, ਹੈ ਨਾ, ਜ਼ਿਆਦਾ ਰਿਚ ਹੋਵੇ, ਹੈ ਨਾ, ਇੱਕ ਚੀਜ਼ ਦੇ ਵਿੱਚ ਉਹ ਚੀਜ਼ ਹੈ। ਟੂ ਪ੍ਰੋਵਾਈਡ ਓਪਰਚੁਨਿਟੀਜ਼ ਫॉर ਐਜੂਕੇਸ਼ਨ ਟੂ ਹਿਜ਼ ਚਾਈਲਡ ਔਰ ਵਾਰਡ ਬਿਟਵੀਨ ਦਾ ਏਜ ਆਫ 6 to 14। ਇੱਕ ਇਹ ਕੀ ਹੈ ਕਿ ਜੇ ਕੋਈ ਵੀ ਬੰਦਾ ਹੈ ਤਾਂ ਉਹਨੂੰ, ਜੇ ਉਹਦਾ ਬੱਚਾ ਹੈਗਾ 6 ਤੋਂ 14 ਸਾਲ ਦੀ ਉਮਰ ਦੇ ਵਿੱਚ ਤਾਂ ਉਹਨੂੰ ਕੀ ਹੈ, ਇਹ ਜ਼ਰੂਰੀ ਹੈ ਵੀ ਉਹਨੂੰ ਕੀ ਕਰਨਾ ਚਾਹੀਦਾ, ਉਹਨੂੰ ਐਜੂਕੇਸ਼ਨ ਦੀ ਓਪਰਚੁਨਿਟੀ ਦੇਣੀ ਚਾਹੀਦੀ ਹੈ। ਇਹ ਉਸਦਾ ਫੰਡਾਮੈਂਟਲ ਡਿਊਟੀ ਹੈ ਆਪਣੀ, ਠੀਕ ਹੈ। ਐਵੇਂ ਨਹੀਂ ਕਿ ਬੱਚੇ ਜੰਮ ਕੇ ਤਾਂ ਰੱਖ ਦਿਓ ਉਹਨਾਂ ਨੂੰ, ਕੋਈ ਗੱਲ ਨਹੀਂ ਜੀ ਆਪੇ ਪਲ ਜਾਣਗੇ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਵੀ ਪ੍ਰੋਪਰ ਬੱਚਿਆਂ ਨੂੰ ਜੇ 6 ਤੋਂ 14 ਸਾਲ ਦੀ ਉਮਰ ਹੈ ਤੁਹਾਡੇ ਬੱਚੇ ਦੀ ਤਾਂ ਐਟਲੀਸਟ ਤੁਸੀਂ ਉਹਨਾਂ ਨੂੰ 10 ਤੱਕ ਕਰਾ ਦਿਓ, ਠੀਕ ਹੈ। ਜੇ ਨਹੀਂ ਵੱਧ ਕਰਾ ਸਕਦੇ ਤਾਂ ਐਟਲੀਸਟ ਤੁਸੀਂ 6 ਤੋਂ 14 ਸਾਲ ਦੇ ਬੱਚੇ ਨੂੰ ਜ਼ਰੂਰ ਪੜ੍ਹਾਉਣਾ ਹੈ, ਠੀਕ ਹੈ। ਦਿਸ ਡਿਊਟੀ ਵਾਜ਼ ਐਡਿਡ ਬਾਈ 86th ਅਮੈਂਡਮੈਂਟ ਐਕਟ 2002। ਇਹ ਡਿਊਟੀ ਕਦੋਂ ਐਡ ਕੀਤੀ ਗਈ ਸੀਗੀ? 86ਵੀਂ ਅਮੈਂਡਮੈਂਟ 2002 ਦੇ ਵਿੱਚ, ਠੀਕ ਹੈ ਨਾ। ਹੁਣ ਨੈਕਸਟ ਦੇਖੋ। ਥੈਂਕਸ ਫॉर ਵਾਚਿੰਗ। ਇਸ ਚੈਨਲ ਰਾਹੀਂ ਤੁਹਾਨੂੰ ਹਰ ਆਉਣ ਵਾਲੀ ਸਰਕਾਰੀ ਨੌਕਰੀ ਦੀ ਜਾਣਕਾਰੀ ਅਤੇ ਪੇਪਰ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ, ਸੋ ਤੁਸੀਂ ਸਾਨੂੰ ਸਪੋਰਟ ਵੀ ਕਰੋ। ਵੀਡੀਓ ਨੂੰ ਸ਼ੇਅਰ, ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਥੈਂਕ ਯੂ।